ਹੈਲੋ ਫਰੈਂਡਸ, ਮੈਂ ਕਰਮ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਪੰਜਾਬ ਐਜੂਕੇਸ਼ਨ ਚੈਨਲ ਤੇ। ਅੱਜ ਜਿਸ ਟੌਪਿਕ ਨੂੰ ਆਪਾਂ ਪੜ੍ਹਨ ਜਾ ਰਹੇ ਹਾਂ ਇਹ ਹੈ ਜੀ ਮੱਧਕਾਲੀਨ ਭਾਰਤੀ ਇਤਿਹਾਸ ਦਾ ਦੂਸਰਾ ਟੌਪਿਕ, ਜਿਸ ਦਾ ਟਾਈਟਲ ਹੈ ਜੀ ਮਹਿਮੂਦ ਗਜਨਵੀ ਦੇ ਹਮਲੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੀ ਮਹਿਮੂਦ ਗਜਨਵੀ ਬਾਰੇ ਗੱਲ ਕਰਾਂਗੇ। ਆਪਾਂ ਵੇਖਾਂਗੇ ਕਿ ਜੀ ਉਸਨੇ ਜੋ ਭਾਰਤ ਤੇ ਹਮਲੇ ਕੀਤੇ ਆ ਉਹਨਾਂ ਦਾ ਕੀ ਪ੍ਰਭਾਵ ਪਿਆ ਹੈ, ਉਹ ਕਿਸ ਵੰਸ਼ ਦੇ ਵਿੱਚੋਂ ਸੀ, ਉਸ ਦੇ ਜੀਵਨ ਬਾਰੇ ਜੀ ਅੱਜ ਆਪਾਂ ਸਭ ਮਹੱਤਵਪੂਰਨ ਗੱਲਾਂ ਨੂੰ ਜਾਣਾਂਗੇ। ਇਸ ਲਈ ਵੀਡੀਓ ਵਿੱਚ ਜੀ ਤੁਸੀਂ ਅੰਤ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਦੇਖਣਾ ਤਾਂ ਕਿ ਤੁਸੀਂ ਇਸ ਟੌਪਿਕ ਨੂੰ ਜੀ ਵਧੀਆ ਢੰਗ ਨਾਲ ਸਮਝ ਸਕੋ। ਤੁਸੀਂ ਸਿਰਫ ਜੀ ਇੱਕ ਇਹ ਵੀਡੀਓ ਦੇਖ ਕੇ ਇਸ ਟੌਪਿਕ ਨੂੰ ਮਹਿਮੂਦ ਗਜਨਵੀ ਬਾਰੇ ਆਉਣ ਵਾਲੇ ਸਾਰੇ ਪ੍ਰਸ਼ਨਾਂ ਨੂੰ ਇਸ ਵੀਡੀਓ ਦੇ ਵਿੱਚੋਂ ਜੀ ਪੜ੍ਹ ਕੇ ਤੁਸੀਂ ਹੱਲ ਕਰ ਸਕਦੇ ਹੋ। ਇਸ ਲਈ ਵੀਡੀਓ ਨੂੰ ਅੰਤ ਤੱਕ ਜੀ ਜ਼ਰੂਰ ਦੇਖਣਾ। ਲਾਸਟ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਸੀ ਜੀ ਕਿ ਕਿਸ ਤਰ੍ਹਾਂ ਅਰਬਾਂ ਨੇ ਯਾਨੀ ਕਿ ਮੁਸਲਮਾਨਾਂ ਨੇ ਜੀ ਭਾਰਤ ਦੇ ਉੱਪਰ ਹਮਲਾ ਕੀਤਾ, ਕਿਸ ਤਰ੍ਹਾਂ ਮੁਸਲਿਮ ਧਰਮ ਸੀ ਜੋ ਜਿਸ ਦਾ ਪ੍ਰਵੇਸ਼ ਜੀ ਭਾਰਤ ਦੇ ਵਿੱਚ ਹੋਇਆ। ਉਸ ਦੇ ਵਿੱਚ ਜੀ ਆਪਾਂ ਅਰਬਾਂ ਦੁਆਰਾ ਜੋ ਸਿੰਧ 'ਤੇ ਹਮਲਾ ਕੀਤਾ ਗਿਆ ਸੀ ਉਸ ਨੂੰ ਪੜ੍ਹਿਆ। ਇਸ ਤੋਂ ਇਲਾਵਾ ਜੀ ਆਪਾਂ ਇਸਲਾਮ ਧਰਮ ਨੂੰ ਦੇਖਿਆ, ਕਿਸ ਤਰ੍ਹਾਂ ਇਸਲਾਮ ਧਰਮ ਦੀ ਉਤਪੱਤੀ ਹੋਈ, ਕਿਸ ਨੇ ਉਸ ਦੀ ਸ਼ੁਰੂਆਤ ਕੀਤੀ, ਉਸ ਦੇ ਬਾਰੇ ਡਿਟੇਲ ਨਾਲ ਗੱਲ ਕੀਤੀ ਸੀ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਜੀ ਉਸ ਦਾ ਲਿੰਕ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ ਤੇ ਉੱਪਰ ਆਈ ਬਟਨ 'ਚ ਮਿਲ ਜਾਏਗਾ, ਤੁਸੀਂ ਉਹ ਵੀਡੀਓ ਵੀ ਦੇਖ ਲੈਣਾ। ਅਰਬਾਂ ਦੇ ਹਮਲੇ ਤੋਂ ਬਾਅਦ ਜੀ ਭਾਰਤ ਦੇ ਉੱਤੇ ਤੁਰਕਾਂ ਦੁਆਰਾ ਹਮਲਾ ਕੀਤਾ ਗਿਆ, ਜਿਸ ਦੇ ਵਿੱਚੋਂ ਜੋ ਪਹਿਲਾ ਤੁਰਕ ਹਮਲਾਵਰ ਜੋ ਮਹੱਤਵਪੂਰਨ ਹੈ ਜੀ ਇਹ ਹੈ ਮਹਿਮੂਦ ਗਜਨਵੀ। ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਟੇਲ ਨਾਲ ਗੱਲ ਕਰਾਂਗੇ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਲੇਟੈਸਟ ਗਵਰਨਮੈਂਟ ਜੌਬ ਅਪਡੇਟ ਅਤੇ ਕੰਪੀਟੀਟਿਵ ਐਗਜ਼ਾਮ ਪ੍ਰੈਪਰੇਸ਼ਨ ਲਈ ਮਟੀਰੀਅਲ ਮਿਲਦਾ ਰਹੇ। ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ ਜੀ। ਵੀਡੀਓ ਦਾ ਫ੍ਰੀ PDF ਲੈਣ ਲਈ ਪੰਜਾਬ ਐਜੂਕੇਸ਼ਨ ਨੂੰ ਟੈਲੀਗ੍ਰਾਮ ਤੇ ਹੁਣੇ ਜੁਆਇਨ ਕਰੋ ਜੀ, ਲਿੰਕ ਇਨ ਡਿਸਕ੍ਰਿਪਸ਼ਨ ਬਾਕਸ। ਸਭ ਤੋਂ ਪਹਿਲਾਂ ਵੇਖਦੇ ਹਾਂ ਜੀ ਉਹਨਾਂ ਮੁੱਖ ਬਿੰਦੂਆਂ ਨੂੰ ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜੀ ਗਜਨੀ ਵੰਸ਼ ਜਾਂ ਜਿਸ ਨੂੰ ਯਮਨੀ ਵੰਸ਼ ਵੀ ਕਿਹਾ ਜਾਂਦਾ ਹੈ। ਇਹ ਵੰਸ਼ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ, ਇਹ ਵੰਸ਼ ਕੀ ਸੀ, ਕੌਣ ਇਸ ਦਾ ਸੰਸਥਾਪਕ ਸੀ, ਇਸ ਦੇ ਬਾਰੇ ਗੱਲ ਕਰਾਂਗੇ। ਇਸ ਤੋਂ ਬਾਅਦ ਆਪਾਂ ਪੜ੍ਹਾਂਗੇ ਜੀ ਕਿ ਮਹਿਮੂਦ ਗਜਨਵੀ ਕੌਣ ਸੀ। ਮਹਿਮੂਦ ਗਜਨਵੀ ਬਾਰੇ ਜਾਣਨ ਤੋਂ ਬਾਅਦ ਜੋ ਮਹਿਮੂਦ ਗਜਨਵੀ ਨੇ ਭਾਰਤ ਦੇ ਉੱਪਰ ਕੁੱਲ 17 ਹਮਲੇ ਕੀਤੇ ਆ ਜੀ, ਇਹਨਾਂ ਹਮਲਿਆਂ ਦੇ ਬਾਰੇ ਆਪਾਂ ਡਿਟੇਲ ਦੇ ਨਾਲ ਗੱਲ ਕਰਾਂਗੇ। ਤੇ ਅੰਤ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਕਿ ਮਹਿਮੂਦ ਗਜਨਵੀ ਦੇ ਸਮੇਂ ਜੋ ਇਤਿਹਾਸਕਾਰ ਆ ਜੋ ਮਹਿਮੂਦ ਗਜਨਵੀ ਦੇ ਨਾਲ ਭਾਰਤ ਦੇ ਵਿੱਚ ਆਏ ਸੀ ਉਹ ਕਿਹੜੇ ਸੀ ਤੇ ਉਹਨਾਂ ਦੀਆਂ ਰਚਨਾਵਾਂ ਕਿਹੜੀਆਂ ਸੀ। ਹੁਣ ਇੱਕ ਇੱਕ ਕਰਕੇ ਜੀ ਆਪਾਂ ਇਹਨਾਂ ਟੌਪਿਕਸ ਨੂੰ ਪੜ੍ਹਦੇ ਹਾਂ ਜੀ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਜੀ ਗਜਨੀ ਵੰਸ਼ ਜਾਂ ਯਮਨੀ ਵੰਸ਼ ਕੀ ਸੀ, ਇਸ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ। ਜੇਕਰ ਗੱਲ ਕਰੀਏ ਜੀ ਗਜਨੀ ਵੰਸ਼ ਤੇ ਯਮਨੀ ਵੰਸ਼, ਇਸ ਦੀ ਜੋ ਸੰਸਥਾਪਨਾ ਇਹ ਕਿਸ ਦੇ ਦੁਆਰਾ ਕੀਤੀ ਗਈ ਹੈ ਤੇ ਇਹ ਕੀਤੀ ਗਈ ਸੀ ਜੀ ਅਲਪਤਗੀਨ ਦੇ ਦੁਆਰਾ। ਜੋ ਅਲਪਤਗੀਨ ਸੀ ਇਸ ਦੇ ਦੁਆਰਾ ਜੀ ਈਰਾਨ ਦੇ ਵਿੱਚ ਇੱਕ ਛੋਟੇ ਜਿਹੇ ਖੇਤਰ ਦੇ ਵਿੱਚ ਇਸ ਵੰਸ਼ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਨੂੰ ਗਜਨੀ ਵੰਸ਼ ਜਾਂ ਯਮਨੀ ਵੰਸ਼ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਜੋ ਅਲਪਤਗੀਨ ਸੀ ਜੀ ਇਹ ਤੁਰਕ ਜਾਤੀ ਦੇ ਨਾਲ ਸੰਬੰਧਿਤ ਸੀ। ਜੇਕਰ ਗੱਲ ਕਰੀਏ ਜੀ ਕਿ ਇਸ ਵੰਸ਼ ਦੀ ਰਾਜਧਾਨੀ ਕਿਹੜੀ ਸੀ ਤੇ ਇਸ ਵੰਸ਼ ਦੀ ਰਾਜਧਾਨੀ ਸੀ ਜੀ ਗਜਨੀ, ਇਸੇ ਕਰਕੇ ਯਮਨੀ ਵੰਸ਼ ਦਾ ਨਾਮ ਗਜਨੀ ਵੰਸ਼ ਵੀ ਪੈ ਗਿਆ ਸੀ। ਜੋ ਅਲਪਤਗੀਨ ਸੀ ਜੀ ਇਸ ਦਾ ਇੱਕ ਦਾਸ ਸੀ ਜਿਸ ਦਾ ਨਾਮ ਸੀ ਸੁਬੁਕਤਗੀਨ। ਜੋ ਸੁਬੁਕਤਗੀਨ ਸੀ ਜੀ ਅਲਪਤਗੀਨ ਦਾ ਦਾਸ ਹੋਣ ਦੇ ਨਾਲ ਨਾਲ ਉਸ ਦਾ ਜਵਾਈ ਵੀ ਸੀ। ਜਦੋਂ ਅਲਪਤਗੀਨ ਦੀ ਮੌਤ ਹੋ ਜਾਂਦੀ ਹੈ ਜੀ ਤਾਂ ਉਸ ਤੋਂ ਬਾਅਦ ਜੋ ਉਸ ਦਾ ਜਵਾਈ ਅਤੇ ਉਸ ਦਾ ਜੀ ਦਾਸ ਹੁੰਦੇ ਆ ਯਾਨੀ ਕਿ ਜੋ ਸੁਬੁਕਤਗੀਨ ਹੈ ਉਹ ਰਾਜਗੱਦੀ 'ਤੇ ਬੈਠਦਾ ਹੈ, ਯਾਨੀ ਕਿ ਉਹ ਰਾਜਾ ਬਣ ਜਾਂਦਾ ਹੈ। ਸੁਬੁਕਤਗੀਨ 977 ਈਸਵੀ ਦੇ ਵਿੱਚ ਰਾਜਾ ਬਣਦਾ ਹੈ। ਸੁਬੁਕਤਗੀਨ ਹੀ ਸਭ ਤੋਂ ਪਹਿਲਾ ਜੀ ਤੁਰਕ ਮੁਸਲਿਮ ਸ਼ਾਸਕ ਸੀ ਜਿਸ ਨੇ ਭਾਰਤ ਦੇ ਉੱਤੇ ਹਮਲਾ ਕੀਤਾ ਸੀ। ਉਸਨੇ ਜੀ ਭਾਰਤ ਦੇ ਪੰਜਾਬ ਖੇਤਰ ਦੇ ਉੱਤੇ ਹਮਲਾ ਕੀਤਾ। ਉਸ ਸਮੇਂ ਜੋ ਪੰਜਾਬ ਸੀ ਜੀ ਇਹ ਅਫਗਾਨਿਸਤਾਨ ਅਤੇ ਪਾਕਿਸਤਾਨ ਦਾ ਖੇਤਰ ਜੀ ਸਾਰਾ ਇਹ ਪੰਜਾਬ ਦੇ ਅੰਡਰ ਹੀ ਆਉਂਦਾ ਸੀ। ਇਸ ਦੇ ਜੋ ਖੇਤਰ ਸੀ ਜੀ ਇਸ ਦੇ ਉੱਤੇ ਸੁਬੁਕਤਗੀਨ ਨੇ ਹਮਲਾ ਕੀਤਾ। ਸੁਬੁਕਤਗੀਨ ਦੇ ਹਮਲੇ ਸਮੇਂ ਜੋ ਇਹ ਪੰਜਾਬ ਦਾ ਖੇਤਰ ਸੀ ਜੀ ਇੱਥੇ ਹਿੰਦੂ ਸ਼ਾਹੀ ਸ਼ਾਸਕਾਂ ਦਾ ਰਾਜ ਸੀ। ਉਸ ਸਮੇਂ ਜੋ ਰਾਜਾ ਸੀ ਜੀ ਪੰਜਾਬ ਦੇ ਵਿੱਚ ਉਸ ਦਾ ਨਾਮ ਸੀ ਜੈਪਾਲ। ਇਹ ਜੋ ਸੁਬੁਕਤਗੀਨ ਅਤੇ ਜੈਪਾਲ ਦੇ ਵਿੱਚ ਜੀ ਇਹ ਯੁੱਧ ਹੋਇਆ, ਜੋ ਇੱਕ ਹਮਲਾ ਕੀਤਾ ਗਿਆ ਸੀ ਜੀ ਸੁਬੁਕਤਗੀਨ ਦੇ ਦੁਆਰਾ, ਇਸ ਦੇ ਵਿੱਚ ਜੋ ਨਤੀਜਾ ਸੀ ਜੀ ਉਹ ਕਿਸੇ ਦੇ ਵੀ ਪੱਖ ਦੇ ਵਿੱਚ ਨਹੀਂ ਰਿਹਾ। ਇਹ ਜੋ ਜੀ ਲੜਾਈ ਹੋਈ ਸੀ ਜਾਂ ਇਹ ਜੋ ਹਮਲਾ ਕੀਤਾ ਗਿਆ ਸੀ ਸੁਬੁਕਤਗੀਨ ਦੇ ਦੁਆਰਾ ਇਹ ਬਰਾਬਰੀ 'ਤੇ ਹੀ ਮੁੱਕ ਗਿਆ। ਐਗਜ਼ਾਮਸ ਦੇ ਵਿੱਚ ਕਈ ਵਾਰੀ ਪੁੱਛਿਆ ਜਾਂਦਾ ਹੈ ਜੀ ਕਿ ਕਿਹੜਾ ਪਹਿਲਾ ਮੁਸਲਿਮ ਸ਼ਾਸਕ ਸੀ ਜਿਸ ਨੇ ਭਾਰਤ ਦੇ ਉੱਤੇ ਹਮਲਾ ਕੀਤਾ। ਇੱਥੇ ਜੀ ਆਪਾਂ ਕਨਫਿਊਜ਼ ਹੋ ਜਾਂਦੇ ਹਾਂ ਕਿਉਂਕਿ ਜੀ ਆਪਾਂ ਇਹਨਾਂ ਦੋਨਾਂ ਦੇ ਵਿੱਚ ਪ੍ਰਸ਼ਨਾਂ ਦੇ ਵਿੱਚ ਉਲਝ ਜਾਂਦੇ ਆ। ਇੱਥੇ ਜੇ ਇਸ ਚੀਜ਼ ਨੂੰ ਧਿਆਨ ਨਾਲ ਤੁਸੀਂ ਸਮਝੋ, ਜੇਕਰ ਪੁੱਛਿਆ ਜਾਂਦਾ ਹੈ ਜੀ ਕਿ ਕਿਹੜਾ ਪਹਿਲਾ ਮੁਸਲਿਮ ਸ਼ਾਸਕ ਸੀ ਤਾਂ ਉੱਥੇ ਆਏਗਾ ਜੀ ਮੁਹੰਮਦ ਬਿਨ ਕਾਸਿਮ ਜਿਸ ਨੇ ਭਾਰਤ ਦੇ ਉੱਤੇ ਹਮਲਾ ਕੀਤਾ, ਜਿਸ ਦੇ ਬਾਰੇ ਜੇ ਆਪਾਂ ਲਾਸਟ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ। ਜੇਕਰ ਪੁੱਛਿਆ ਜਾਵੇ ਜੀ ਕਿ ਪਹਿਲਾ ਕਿਹੜਾ ਤੁਰਕ ਮੁਸਲਮਾਨ ਸ਼ਾਸਕ ਸੀ ਜਿਸ ਨੇ ਭਾਰਤ ਦੇ ਉੱਤੇ ਹਮਲਾ ਕੀਤਾ ਤੇ ਉੱਥੇ ਆਏਗਾ ਜੀ ਸੁਬੁਕਤਗੀਨ ਜੋ ਮਹਿਮੂਦ ਗਜਨਵੀ ਦਾ ਪਿਤਾ ਸੀ। ਇਹ ਯਾਦ ਰੱਖਣਾ ਜੀ, ਜੇਕਰ ਤੁਹਾਨੂੰ ਕੇਵਲ ਮੁਸਲਿਮ ਸ਼ਾਸਕ ਪੁੱਛਿਆ ਜਾਵੇ ਤਾਂ ਫਿਰ ਆਏਗਾ ਜੀ ਮੁਹੰਮਦ ਬਿਨ ਕਾਸਿਮ, ਤੇ ਜੇਕਰ ਪੁੱਛਿਆ ਜਾਵੇ ਕਿ ਪਹਿਲਾ ਤੁਰਕ ਮੁਸਲਮਾਨ ਸ਼ਾਸਕ ਕਿਹੜਾ ਸੀ ਤੇ ਉਹ ਹੋਏਗਾ ਜੀ ਸੁਬੁਕਤਗੀਨ।
ਗਜਨੀ ਵੰਸ਼ ਦੀ ਸ਼ੁਰੂਆਤ ਅਤੇ ਸਬੁਕਤਗੀਨ ਦੇ ਦੁਆਰਾ ਭਾਰਤ ਦੇ ਉੱਤੇ ਪਹਿਲੇ ਹਮਲੇ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਮਹਿਮੂਦ ਗਜਨਵੀ ਬਾਰੇ। ਮਹਿਮੂਦ ਗਜਨਵੀ ਦਾ ਜੋ ਸ਼ਾਸਨ ਕਾਲ ਦਾ ਸਮਾਂ ਸੀ ਇਹ ਮੰਨਿਆ ਜਾਂਦਾ ਹੈ ਜੀ 998 ਤੋਂ ਲੈ ਕੇ 1030 ਈਸਵੀ ਤੱਕ ਦਾ। ਕਈ ਵਾਰ ਜੀ ਇਸ ਨੂੰ 999 ਵੀ ਲਿਖਿਆ ਜਾਂਦਾ ਹੈ। ਇਹ ਦੋਨਾਂ ਦੇ ਵਿੱਚ ਕਨਫਿਊਜ਼ ਨਹੀਂ ਹੋਣਾ, 998 999 ਇਹ ਦੋਨੇ ਸਹੀ ਮੰਨ ਲਏ ਜਾਂਦੇ ਨੇ। ਜੋ ਸਬੁਕਤਗੀਨ ਸੀ ਜੀ ਇਸ ਦੇ ਦੋ ਪੁੱਤਰ ਸੀ। ਇਸ ਦਾ ਇੱਕ ਵੱਡਾ ਪੁੱਤਰ ਸੀ, ਉਸ ਦਾ ਨਾਮ ਸੀ ਜੀ ਇਸਮਾਇਲ, ਤੇ ਛੋਟਾ ਪੁੱਤਰ ਸੀ ਜੀ ਮਹਿਮੂਦ ਗਜਨਵੀ। ਜਦੋਂ ਸਬੁਕਤਗੀਨ ਦੀ ਜੀ ਮੌਤ ਹੋਣ ਵਾਲੀ ਹੁੰਦੀ ਹੈ ਤਾਂ ਉਹ ਆਪਣੇ ਵੱਡੇ ਪੁੱਤਰ ਨੂੰ ਯਾਨੀ ਕਿ ਇਸਮਾਇਲ ਨੂੰ ਰਾਜਾ ਬਣਾ ਦਿੰਦਾ ਹੈ। ਪਰ ਜੋ ਮਹਿਮੂਦ ਗਜਨਵੀ ਸੀ ਉਹ ਵਧੇਰੇ ਯੋਗ ਸੀ। ਉਹ ਕੀ ਕਰਦਾ ਹੈ ਜੀ, ਜਦੋਂ ਸਬੁਕਤਗੀਨ ਦੀ ਮੌਤ ਹੋ ਜਾਂਦੀ ਹੈ ਤਾਂ ਇਸਮਾਇਲ ਰਾਜਾ ਬਣਦਾ ਹੈ ਤੇ ਉਹ ਜੋ ਮਹਿਮੂਦ ਗਜਨਵੀ ਹੈ ਜੀ ਉਹ ਆਪਣੇ ਭਾਈ ਇਸਮਾਇਲ ਨੂੰ ਬੰਦੀ ਬਣਾ ਲੈਂਦਾ ਹੈ ਤੇ ਬੰਦੀ ਬਣਾ ਕੇ ਜੀ ਖੁਦ ਉਹ ਆਪਣੀ ਗੱਦੀ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਖੁਦ ਰਾਜਾ ਬਣ ਜਾਂਦਾ ਹੈ। ਆਪਣੇ ਭਰਾ ਇਸਮਾਇਲ ਨੂੰ ਬੰਦੀ ਬਣਾ ਕੇ ਮਹਿਮੂਦ ਗਜਨਵੀ ਜੀ ਸ਼ਾਸਕ ਤਾਂ ਬਣ ਗਿਆ ਸੀ, ਪਰ ਉਸ ਸਮੇਂ ਜੀ ਸ਼ਾਸਕ ਉਸ ਨੂੰ ਮੰਨਿਆ ਜਾਂਦਾ ਸੀ ਜੋ ਖਲੀਫਾ ਦੀ ਇਜਾਜ਼ਤ ਦੇ ਨਾਲ ਸ਼ਾਸਨ ਕਰਦਾ ਸੀ। ਇਸ ਲਈ ਜੋ ਮਹਿਮੂਦ ਗਜਨਵੀ ਹੈ ਜੀ ਉਹ ਖਲੀਫਾ ਦੇ ਕੋਲ ਜਾਂਦਾ ਹੈ ਤਾਂ ਕਿ ਉਸ ਦੀ ਇਜਾਜ਼ਤ ਲੈ ਕੇ ਜੀ ਜੋ ਸ਼ਾਸਨ ਕਰ ਸਕੇ। ਉਸ ਸਮੇਂ ਜੋ ਖਲੀਫਾ ਪਦਵੀ 'ਤੇ ਸੀ ਜੀ ਉਸ ਵਿਅਕਤੀ ਦਾ ਨਾਮ ਸੀ ਅਲਕਾਦਰ ਬਿੱਲਾ। ਜੋ ਅਲਕਾਦਰ ਬਿੱਲਾ ਸੀ ਜੀ ਇਸ ਖਲੀਫਾ ਦੇ ਦੁਆਰਾ ਮਹਿਮੂਦ ਗਜਨਵੀ ਨੂੰ ਦੋ ਪਦਵੀਆਂ ਦਿੱਤੀਆਂ ਜਾਂਦੀਆਂ ਨੇ। ਇਹ ਪਦਵੀਆਂ ਕਿਹੜੀਆਂ ਨੇ ਜੀ ਇਹਨਾਂ ਦੇ ਬਾਰੇ ਆਪਾਂ ਜਾਣ ਲੈਂਦੇ ਹਾਂ। ਪਹਿਲੀ ਪਦਵੀ ਹੈ ਜੀ ਅਮੀਨ ਉਦ ਦੌਲਾ ਤੇ ਦੂਸਰੀ ਹੈ ਜੀ ਅਮੀਨ ਉਦ ਮਿਲਾ। ਇਹ ਪਦਵੀਆਂ ਦੇ ਜੀ ਆਪਾਂ ਮੀਨਿੰਗ ਵੀ ਦੇਖ ਲੈਂਦੇ ਹਾਂ। ਜੋ ਪਹਿਲੀ ਹੈ ਜੀ ਅਮੀਨ ਉਦ ਦੌਲਾ, ਇਸ ਦਾ ਮਤਲਬ ਹੁੰਦਾ ਹੈ ਜੀ ਸਾਮਰਾਜ ਦਾ ਸੱਜਾ ਹੱਥ, ਯਾਨੀ ਕਿ ਮੁਸਲਿਮ ਸਾਮਰਾਜ ਦੇ ਜੀ ਇਹ ਸੱਜੇ ਹੱਥ ਦੇ ਰੂਪ ਵਿੱਚ ਇਹ ਸ਼ਾਸਕ ਕੰਮ ਕਰੇਗਾ। ਅਤੇ ਦੂਸਰੀ ਪਦਵੀ ਸੀ ਜੀ ਅਮੀਨ ਉਦ ਮਿਲਾ। ਇਸ ਪਦਵੀ ਦਾ ਮਤਲਬ ਸੀ ਜੀ ਮੁਸਲਮਾਨਾਂ ਦਾ ਰੱਖਿਅਕ, ਯਾਨੀ ਕਿ ਜੋ ਮਹਿਮੂਦ ਗਜਨਵੀ ਹੈ ਜੀ ਇਹ ਮੁਸਲਮਾਨਾਂ ਦੇ ਰੱਖਿਅਕ ਦੇ ਰੂਪ ਵਿੱਚ ਕੰਮ ਕਰੇਗਾ। ਇਹ ਦੋ ਪਦਵੀਆਂ ਦੇ ਇਲਾਵਾ ਜੀ ਮਹਿਮੂਦ ਗਜਨਵੀ ਦੇ ਦੁਆਰਾ ਇੱਕ ਉਪਾਧੀ ਧਾਰਨ ਕੀਤੀ ਗਈ ਹੈ ਜੀ ਜੋ ਕਿ ਸੀ ਜੀ ਸੁਲਤਾਨ ਦੀ ਉਪਾਧੀ। ਇਹ ਪਹਿਲਾ ਮੁਸਲਮਾਨ ਸ਼ਾਸਕ ਸੀ ਜੀ ਜਿਸ ਦੇ ਦੁਆਰਾ ਸੁਲਤਾਨ ਦੀ ਉਪਾਧੀ ਧਾਰਨ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕੋਈ ਵੀ ਜੋ ਮੁਸਲਮਾਨ ਸ਼ਾਸਕ ਹੈ ਜੀ ਉਸਨੇ ਸੁਲਤਾਨ ਦੀ ਉਪਾਧੀ ਧਾਰਨ ਨਹੀਂ ਕੀਤੀ ਸੀ। ਇਹ ਪ੍ਰਸ਼ਨ ਵੀ ਕਈ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਜੀ ਕਿ ਸਭ ਤੋਂ ਪਹਿਲਾਂ ਜੋ ਸੁਲਤਾਨ ਦੀ ਉਪਾਧੀ ਹੈ ਕਿਸ ਦੇ ਦੁਆਰਾ ਧਾਰਨ ਕੀਤੀ ਗਈ ਹੈ, ਜਾਂ ਮਹਿਮੂਦ ਗਜਨਵੀ ਦੇ ਦੁਆਰਾ ਜੀ ਕਿਹੜੀ ਉਪਾਧੀ ਧਾਰਨ ਕੀਤੀ ਗਈ ਸੀ। ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਜੀ ਜਲਦੀ ਵੀਡੀਓ ਨੂੰ ਲਾਈਕ ਵੀ ਕਰ ਦਿਓ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲੈਣਾ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ। ਹੁਣ ਗੱਲ ਕਰਦੇ ਹਾਂ ਜੀ ਆਪਾਂ ਮਹਿਮੂਦ ਗਜਨਵੀ ਦੇ ਦੁਆਰਾ ਜੋ ਭਾਰਤ ਦੇ ਉੱਤੇ ਹਮਲੇ ਕੀਤੇ ਗਏ ਆ ਇਹਨਾਂ ਦੇ ਬਾਰੇ। ਭਾਰਤ ਦੇ ਉੱਤੇ ਜੋ ਮਹਿਮੂਦ ਗਜਨਵੀ ਦੇ ਦੁਆਰਾ ਜੋ ਕੁੱਲ ਹਮਲੇ ਕੀਤੇ ਗਏ ਆ ਇਹਨਾਂ ਦੀ ਗਿਣਤੀ ਸੀ ਜੀ 17। ਇਹ ਹਮਲਿਆਂ ਦਾ ਜੋ ਸਮਾਂ ਸੀ ਜੀ ਇਹ 1000 ਈਸਵੀ ਤੋਂ ਲੈ ਕੇ 1027 ਈਸਵੀ ਤੱਕ ਦਾ ਸੀ, ਯਾਨੀ ਕਿ 27 ਸਾਲਾਂ ਦੇ ਵਿੱਚ ਜੀ ਜੋ ਮਹਿਮੂਦ ਗਜਨਵੀ ਸੀ ਇਸ ਦੇ ਦੁਆਰਾ ਭਾਰਤ ਦੇ ਉੱਤੇ ਕੁੱਲ 17 ਹਮਲੇ ਕੀਤੇ ਗਏ ਆ। ਕਿਸੇ ਵੀ ਸ਼ਾਸਕ ਦੁਆਰਾ ਜੋ ਹਮਲੇ ਕੀਤੇ ਜਾਂਦੇ ਆ ਜੀ ਇਹਨਾਂ ਦਾ ਕੁਝ ਉਦੇਸ਼ ਹੁੰਦਾ ਹੈ। ਜਿਸ ਤਰ੍ਹਾਂ ਆਪਾਂ ਪੜ੍ਹਿਆ ਜੀ ਲਾਸਟ ਵੀਡੀਓ ਦੇ ਵਿੱਚ ਕਿ ਜੋ ਮੁਹੰਮਦ ਬਿਨ ਕਾਸਿਮ ਦੇ ਦੁਆਰਾ ਭਾਰਤ ਦੇ ਉੱਤੇ ਹਮਲਾ ਕੀਤਾ ਗਿਆ ਸੀ ਉਸ ਹਮਲਿਆਂ ਦਾ ਉਦੇਸ਼ ਸੀ ਜੀ ਸਾਮਰਾਜ ਦਾ ਵਿਸਤਾਰ ਕਰਨਾ ਅਤੇ ਧਨ ਦੀ ਪ੍ਰਾਪਤੀ ਕਰਨਾ, ਜਦੋਂ ਕਿ ਜੀ ਜੋ ਮਹਿਮੂਦ ਗਜਨਵੀ ਦੇ ਦੁਆਰਾ ਹਮਲੇ ਕੀਤੇ ਗਏ ਸੀ ਇਹਨਾਂ ਦਾ ਉਦੇਸ਼ ਸੀ ਜੀ ਸਿਰਫ ਧਨ ਪ੍ਰਾਪਤ ਕਰਨਾ। ਉਹ ਸਾਮਰਾਜ ਦਾ ਜੀ ਭਾਰਤ ਦੇ ਵਿੱਚ ਵਿਸਤਾਰ ਕਰਨ ਦੇ ਬਾਰੇ ਕੁਝ ਵੀ ਸੋਚ ਨਹੀਂ ਰਿਹਾ ਸੀ, ਉਹ ਕੇਵਲ ਜੀ ਭਾਰਤ ਦੇ ਵਿੱਚੋਂ ਧਨ ਪ੍ਰਾਪਤ ਕਰਨਾ ਚਾਹੁੰਦਾ ਸੀ। ਹੁਣ ਜੇ ਜੋ 17 ਹਮਲੇ ਆ ਇਹਨਾਂ ਦੇ ਵਿੱਚੋਂ ਜੋ ਮੁੱਖ ਹਮਲੇ ਆ ਜੀ ਜਿਨ੍ਹਾਂ ਦੇ ਵਿੱਚੋਂ ਆਪਣੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਆ ਜਾਂ ਪ੍ਰਸ਼ਨ ਆ ਸਕਦੇ ਆ ਜੀ ਆਪਾਂ ਉਹਨਾਂ ਦੇ ਬਾਰੇ ਗੱਲ ਕਰਦੇ ਆ। ਇੱਕ ਇੱਕ ਕਰਕੇ ਜੇ ਆਪਾਂ ਇਹਨਾਂ ਹਮਲਿਆਂ ਨੂੰ ਵੇਖਦੇ ਆ। ਸਭ ਤੋਂ ਪਹਿਲਾਂ ਆਪਾਂ ਵੇਖਦੇ ਆ ਜੀ ਜੋ ਪਹਿਲਾ ਹਮਲਾ ਕੀਤਾ ਗਿਆ ਹੈ ਉਹ ਕਦੋਂ ਕੀਤਾ ਗਿਆ ਹੈ ਤੇ ਕਿੱਥੇ ਕੀਤਾ ਗਿਆ। ਮਹਿਮੂਦ ਗਜਨਵੀ ਦਾ ਜੋ ਪਹਿਲਾ ਹਮਲਾ ਹੈ ਜੀ ਇਹ ਕੀਤਾ ਗਿਆ ਹੈ ਜੀ 1000 ਈਸਵੀ ਨੂੰ। ਇਹ ਕੀਤਾ ਗਿਆ ਸੀ ਜੀ ਪੰਜਾਬ ਪ੍ਰਦੇਸ਼ 'ਚ ਜਿੱਥੇ ਜੀ ਹਿੰਦੂ ਸ਼ਾਹੀ ਸ਼ਾਸਕਾਂ ਦਾ ਰਾਜ ਸੀ ਤੇ ਇੱਥੇ ਜੀ ਜੈਪਾਲ ਨੂੰ ਇਸ ਦੇ ਦੁਆਰਾ ਜੋ ਮਹਿਮੂਦ ਗਜਨਵੀ ਦੇ ਦੁਆਰਾ ਹਰਾਇਆ ਜਾਂਦਾ ਹੈ। ਇਹ ਉਹੀ ਜੈਪਾਲ ਸੀ ਜੀ ਜਿਸ ਨੂੰ ਸਬੁਕਤਗੀਨ ਨੇ ਹਰਾਇਆ ਸੀ ਜੋ ਮਹਿਮੂਦ ਗਜਨਵੀ ਦਾ ਪਿਤਾ ਸੀ। ਇਸ ਤੋਂ ਬਾਅਦ ਜੀ ਗੱਲ ਕਰਦੇ ਹਾਂ ਤੀਸਰੇ ਹਮਲੇ ਬਾਰੇ। ਇਹ ਕੀਤਾ ਗਿਆ ਹੈ ਜੀ 1001 ਈਸਵੀ ਦੇ ਵਿੱਚ। ਇਸ ਵਿੱਚ ਵੀ ਜੀ ਇਹ ਜੈਪਾਲ ਨੂੰ ਦੁਬਾਰਾ ਤੋਂ ਫਿਰ ਜੋ ਮਹਿਮੂਦ ਗਜਨਵੀ ਦੇ ਦੁਆਰਾ ਹਰਾਇਆ ਜਾਂਦਾ ਹੈ। ਇਸ ਸਮੇਂ ਕੀ ਹੁੰਦਾ ਹੈ ਜੀ ਕਿ ਦੋ ਵਾਰ ਜੋ ਜੈਪਾਲ ਆ ਉਹ ਮਹਿਮੂਦ ਗਜਨਵੀ ਕੋਲੋਂ ਹਾਰ ਜਾਂਦਾ ਹੈ ਤੇ ਇੱਕ ਵਾਰ ਉਹ ਮਹਿਮੂਦ ਗਜਨਵੀ ਦੇ ਪਿਤਾ ਸਬੁਕਤਗੀਨ ਤੋਂ ਵੀ ਹਾਰ ਗਿਆ ਸੀ। ਇਸ ਤਰ੍ਹਾਂ ਜੀ ਜੋ ਜੈਪਾਲ ਆ ਉਹ ਹਾਰ ਦੇ ਕੋਲੋਂ ਜੀ ਤੰਗ ਹੋ ਜਾਂਦਾ, ਉਹ ਆਪਣੇ ਆਪ ਵਿੱਚ ਸ਼ਰਮ ਮਹਿਸੂਸ ਕਰਨ ਲੱਗ ਜਾਂਦਾ ਹੈ ਅਤੇ ਉਹ ਆਤਮ ਹੱਤਿਆ ਕਰ ਦਿੰਦਾ ਹੈ। ਉਸ ਤੋਂ ਬਾਅਦ ਜੀ ਜੋ ਜੈਪਾਲ ਆ ਇਸ ਦਾ ਪੁੱਤਰ ਗੱਦੀ ਦੇ ਉੱਤੇ ਬੈਠ ਜਾਂਦਾ ਹੈ। ਫਿਰ ਆਪਾਂ ਦੇਖਦੇ ਹਾਂ ਜੀ ਮਹਿਮੂਦ ਗਜਨਵੀ ਦੁਆਰਾ ਜੋ 6ਵਾਂ ਹਮਲਾ ਕੀਤਾ ਗਿਆ ਉਸ ਨੂੰ। ਇਹ ਕੀਤਾ ਗਿਆ ਸੀ ਜੀ 1008 ਤੋਂ ਲੈ ਕੇ 1009 ਈਸਵੀ ਦੇ ਵਿੱਚ। ਇਸ ਸਮੇਂ ਜੋ ਜੈਪਾਲ ਦਾ ਪੁੱਤਰ ਹੈ ਜੀ ਆਨੰਦਪਾਲ ਉਹ ਗੱਦੀ ਦੇ ਉੱਤੇ ਹੁੰਦਾ ਹੈ। ਇਸ ਸਮੇਂ ਫਿਰ ਜੋ ਮਹਿਮੂਦ ਗਜਨਵੀ ਹੈ ਜੀ ਇਸ ਦੀ ਜਿੱਤ ਹੁੰਦੀ ਹੈ ਅਤੇ ਜੋ ਜੈਪਾਲ ਦਾ ਪੁੱਤਰ ਜੀ ਆਨੰਦਪਾਲ ਹੈ ਉਹ ਹਾਰ ਜਾਂਦਾ ਹੈ। ਹੁਣ ਆਪਾਂ ਪੜ੍ਹਦੇ ਹਾਂ ਜੀ 12ਵੇਂ ਹਮਲੇ ਨੂੰ। ਇਹ ਕੀਤਾ ਗਿਆ ਜੀ 1018 ਤੋਂ 1019 ਈਸਵੀ ਦੇ ਵਿੱਚ। ਇਸ ਸਮੇਂ ਜੋ ਮਹਿਮੂਦ ਗਜਨਵੀ ਦਾ ਹਮਲਾ ਕੀਤਾ ਗਿਆ ਸੀ ਜੀ ਇਹ ਕੀਤਾ ਗਿਆ ਸੀ ਮਥੁਰਾ ਤੇ ਕਨੌਜ ਦੇ ਖੇਤਰਾਂ ਦੇ ਉੱਤੇ। ਇਹ ਜੀ ਉਸ ਸਮੇਂ ਜੋ ਹਿੰਦੂਆਂ ਦੇ ਪ੍ਰਸਿੱਧ ਨਗਰ ਸੀ ਜੀ। ਇਹਨਾਂ ਦੇ ਜੋ ਰਾਜਿਆਂ ਨੂੰ ਜੀ ਮਹਿਮੂਦ ਗਜਨਵੀ ਦੇ ਦੁਆਰਾ ਹਰਾਇਆ ਜਾਂਦਾ ਹੈ।
ਉਸ ਤੋਂ ਬਾਅਦ ਜੀ ਇਹ ਹਮਲਾ ਹੀ ਸੀ, ਜਿਸ ਤੋਂ ਬਾਅਦ ਮਹਿਮੂਦ ਗਜਨਵੀ ਜੋ ਮੰਦਰਾਂ ਦੇ ਵਿੱਚ ਜੋ ਮੂਰਤੀਆਂ ਹੁੰਦੀਆਂ ਸੀ ਦੇਵੀ ਦੇਵਤਿਆਂ ਦੀਆਂ, ਉਹਨਾਂ ਨੂੰ ਜੀ ਤੋੜਨ ਦੀ ਸ਼ੁਰੂਆਤ ਕਰ ਦਿੰਦਾ ਹੈ। ਇਹਨਾਂ ਤੋਂ ਬਾਅਦ ਜਿੰਨੇ ਵੀ ਜੋ ਹਮਲੇ ਕੀਤੇ ਗਏ ਆ ਜੀ ਮਹਿਮੂਦ ਗਜਨਵੀ ਦੇ ਦੁਆਰਾ, ਉਸ ਦੇ ਵਿੱਚ ਜੀ ਉਸਨੇ ਸਭ ਕਿਤੇ ਜੋ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਸੀ ਉਹਨਾਂ ਨੂੰ ਜੀ ਤੋੜਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਆਪਾਂ ਵੇਖਦੇ ਹਾਂ ਜੀ 13ਵੇਂ ਹਮਲੇ ਨੂੰ। ਇਹ ਹੋਇਆ ਸੀ ਜੀ 1019 ਤੋਂ ਲੈ ਕੇ 1020 ਈਸਵੀ ਦੇ ਵਿੱਚ। ਇਸ ਸਮੇਂ ਜੋ ਚੰਦੇਲ ਰਾਜਾ ਜੀ, ਜਿਸ ਦਾ ਨਾਮ ਸੀ ਵਿਦਿਆ ਸ਼ਾਸਤਰੀ, ਇਸ ਨੇ ਜੀ ਗਜਨਵੀ ਨੂੰ ਸਫਲ ਨਹੀਂ ਹੋਣ ਦਿੱਤਾ ਤੇ ਕੇਵਲ ਇਹੀ ਇੱਕ ਹਮਲਾ ਸੀ ਜੀ ਮਹਿਮੂਦ ਗਜਨਵੀ ਦਾ 17 ਹਮਲਿਆਂ ਦੇ ਵਿੱਚੋਂ ਕਿ ਜਿਸ ਦੇ ਵਿੱਚ ਉਹ ਸਫਲ ਨਹੀਂ ਹੋਇਆ ਸੀ। ਇਸ ਦੇ ਵਿੱਚ ਜੋ ਚੰਦੇਲ ਰਾਜਾ, ਜਿਸ ਦਾ ਨਾਮ ਸੀ ਜੀ ਵਿਦਿਆ ਸ਼ਾਸਤਰੀ, ਉਸਨੇ ਜੀ ਬਹੁਤ ਬਹਾਦਰੀ ਨਾਲ ਜੋ ਗਜਨਵੀ ਦਾ ਸਾਹਮਣਾ ਕੀਤਾ ਤੇ ਇਸ ਦੇ ਵਿੱਚ ਜੋ ਗਜਨਵੀ ਸੀ ਉਹ ਸਫਲ ਨਹੀਂ ਹੋਇਆ, ਉਹ ਇਸ ਹਮਲੇ ਦੇ ਵਿੱਚ ਅਸਫਲ ਰਿਹਾ ਹੈ। ਇੱਥੇ ਆ ਜਾਂਦਾ ਹੈ ਜੋ ਸਭ ਤੋਂ ਮਹੱਤਵਪੂਰਨ ਹਮਲਾ ਹੈ, ਹੁਣ ਆਪਾਂ ਉਸ ਨੂੰ ਪੜ੍ਹਦੇ ਹਾਂ। ਇਹ ਹੈ ਜੀ 16ਵਾਂ ਹਮਲਾ। ਇਹ ਕੀਤਾ ਹੈ ਗਿਆ ਸੀ ਜੀ 1025-26 ਈਸਵੀ ਦੇ ਵਿੱਚ। ਇਸ ਸਮੇਂ ਜੋ ਮਹਿਮੂਦ ਗਜਨਵੀ ਸੀ ਜੀ, ਇਸ ਨੇ ਸੋਮਨਾਥ ਮੰਦਰ ਨੂੰ ਲੁੱਟਿਆ ਸੀ। ਜੋ ਇਹ ਸੋਮਨਾਥ ਮੰਦਰ ਹੈ ਜੀ, ਇਹ ਗੁਜਰਾਤ ਦੇ ਵਿੱਚ ਸਥਿਤ ਇੱਕ ਸ਼ਿਵ ਮੰਦਰ ਹੈ। ਜਦੋਂ ਮਹਿਮੂਦ ਗਜਨਵੀ ਨੂੰ ਪਤਾ ਲੱਗਿਆ ਜੀ ਕਿ ਸੋਮਨਾਥ ਇੱਕ ਪ੍ਰਸਿੱਧ ਮੰਦਰ ਹੈ ਤੇ ਇੱਥੇ ਬਹੁਤ ਜ਼ਿਆਦਾ ਧਨ ਹੈ ਜੀ, ਤਾਂ ਉਸਨੇ ਜੀ ਇਸ ਮੰਦਰ ਨੂੰ ਲੁੱਟਣ ਦਾ ਵਿਚਾਰ ਬਣਾ ਲਿਆ। ਤਾਂ ਉਸਨੇ ਜੀ 1025-26 ਈਸਵੀ ਦੇ ਵਿੱਚ ਇਸ ਮੰਦਰ ਦੇ ਉੱਤੇ ਹਮਲਾ ਕੀਤਾ। ਉਸਨੇ ਜੀ ਇਸ ਮੰਦਰ ਦੇ ਵਿੱਚੋਂ ਇੰਨਾ ਜ਼ਿਆਦਾ ਧਨ ਪ੍ਰਾਪਤ ਕੀਤਾ ਕਿ ਜਿੰਨਾ ਉਸਨੇ ਜੀ ਪਹਿਲਾਂ 15 ਹਮਲਿਆਂ ਦੇ ਵਿੱਚ ਵੀ ਨਹੀਂ ਕੀਤਾ ਸੀ। ਉਸਨੇ ਜੀ ਲਗਭਗ ਇਸ ਮੰਦਰ ਨੂੰ ਲੁੱਟ ਕੇ 8 ਲੱਖ ਸੋਨੇ ਦੇ ਸਿੱਕੇ ਪ੍ਰਾਪਤ ਕੀਤੇ ਸੀ। ਇਸ ਤਰ੍ਹਾਂ ਜੀ ਜੋ ਇਸ ਦਾ ਇਹ ਹਮਲਾ ਸੀ, ਇਹ ਮਹਿਮੂਦ ਗਜਨਵੀ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਤੇ ਭਾਰਤੀ ਸ਼ਾਸਕਾਂ ਦੇ ਲਈ ਇਹ ਬਹੁਤ ਜ਼ਿਆਦਾ ਜੇ ਇੱਕ ਹਾਨੀਕਾਰਕ ਤੇ ਬਹੁਤ ਜ਼ਿਆਦਾ ਖਤਰਨਾਕ ਹਮਲਾ ਹੋਇਆ। ਹੁਣ ਗੱਲ ਕਰਦੇ ਹਾਂ ਜੀ ਆਪਾਂ ਮਹਿਮੂਦ ਗਜਨਵੀ ਦੇ ਆਖਰੀ ਹਮਲੇ ਬਾਰੇ, ਜੋ ਕਿ ਸੀ ਜੀ 17ਵਾਂ ਹਮਲਾ। ਇਹ ਕੀਤਾ ਗਿਆ ਸੀ ਜੀ 1027 ਈਸਵੀ ਦੇ ਵਿੱਚ। ਹਰ ਵਾਰ ਜਦੋਂ ਮਹਿਮੂਦ ਗਜਨਵੀ ਜੀ ਭਾਰਤ ਦੇ ਉੱਤੇ ਹਮਲਾ ਕਰਦਾ ਸੀ ਤਾਂ ਲੁੱਟੇ ਹੋਏ ਧਨ ਨੂੰ ਜੀ ਵਾਪਸ ਉਹ ਗਜਨੀ ਲੈ ਜਾਂਦਾ ਸੀ। ਉਹ ਜੀ ਹਮਲਾ ਕਰਦੇ ਸਮੇਂ ਜਦੋਂ ਭਾਰਤ ਦੇ ਵਿੱਚ ਐਂਟਰ ਕਰਦਾ ਸੀ ਤਾਂ ਉਸ ਸਮੇਂ ਤੇ ਜੀ ਉਹ ਬਾਕੀ ਰਾਜਾਂ ਦੇ ਨਾਲ ਲੜਦਾ ਹੁੰਦਾ ਸੀ, ਜੋ ਵੀ ਉਸ ਦੇ ਸਾਹਮਣੇ ਆਉਂਦਾ ਸੀ ਉਹਨਾਂ ਦੇ ਨਾਲ ਜੀ ਉਹ ਯੁੱਧ ਕਰਦਾ ਸੀ। ਪਰ ਜਦੋਂ ਜੀ ਉਸ ਨੂੰ ਧਨ ਪ੍ਰਾਪਤ ਹੋ ਜਾਂਦਾ ਸੀ, ਉਹ ਇੱਥੇ ਹਮਲਾ ਕਰਕੇ ਜੀ ਬਹੁਤ ਸਾਰਾ ਧਨ ਪ੍ਰਾਪਤ ਕਰ ਲੈਂਦਾ ਸੀ, ਤਾਂ ਬਹੁਤ ਤੇਜ਼ੀ ਨਾਲ ਜੀ ਉਹ ਗਜਨੀ ਦੇ ਵੱਲ ਜਾਂਦਾ ਸੀ ਤੇ ਰਸਤੇ ਦੇ ਵਿੱਚ ਜੀ ਕਿਸੇ ਦੇ ਨਾਲ ਵੀ ਉਹ ਯੁੱਧ ਨਹੀਂ ਕਰਨਾ ਚਾਹੁੰਦਾ ਸੀ, ਕਿਉਂਕਿ ਉਹ ਨਹੀਂ ਚਾਹੁੰਦਾ ਸੀ ਜੀ ਕਿ ਉਸ ਦਾ ਲੁੱਟਿਆ ਹੋਇਆ ਜੋ ਧਨ ਉਹ ਕਿਸੇ ਪਾਸੇ ਜੀ ਚਲਾ ਜਾਵੇ, ਉਸ ਨੂੰ ਕੋਈ ਹੋਰ ਲੁੱਟ ਲਵੇ। ਜਦੋਂ ਮਹਿਮੂਦ ਗਜਨਵੀ ਨੇ ਆਪਣੇ 16ਵੇਂ ਹਮਲੇ ਦੇ ਵਿੱਚ ਜੀ ਸੋਮਨਾਥ ਮੰਦਰ ਨੂੰ ਲੁੱਟਿਆ ਤਾਂ ਮਹਿਮੂਦ ਗਜਨਵੀ ਨੂੰ ਬਹੁਤ ਜ਼ਿਆਦਾ ਜੀ ਧਨ ਦੀ ਪ੍ਰਾਪਤੀ ਹੋਈ ਸੀ। ਜਦੋਂ ਮਹਿਮੂਦ ਗਜਨਵੀ ਇਸ ਧਨ ਨੂੰ ਜੇ ਹਾਥੀ ਘੋੜਿਆਂ ਦੇ ਉੱਪਰ ਲੱਦ ਕੇ ਇਸ ਨੂੰ ਆਪਣੇ ਵਾਪਸ ਜੀ ਗਜਨੀ ਪ੍ਰਦੇਸ਼ ਲਿਜਾ ਰਿਹਾ ਸੀ ਤਾਂ ਰਸਤੇ ਵਿੱਚ ਜੀ ਜੋ ਜਾਟ ਜਾਤੀ ਦੇ ਲੋਕ ਸੀ ਉਹਨਾਂ ਦੇ ਦੁਆਰਾ ਗਜਨੀ ਦੀ ਸੈਨਾ ਦੇ ਉੱਤੇ ਹਮਲਾ ਕੀਤਾ ਗਿਆ। ਉਹਨਾਂ ਜੀ ਗਜਨੀ ਦੀ ਸੈਨਾ ਦੇ ਉੱਤੇ ਹਮਲਾ ਕਰਕੇ ਬਹੁਤ ਜ਼ਿਆਦਾ ਜੋ ਉਹਨਾਂ ਦਾ ਧਨ ਸੀ ਜੀ ਉਹ ਉਹਨਾਂ ਤੋਂ ਖੋਹ ਲਿਆ ਅਤੇ ਉਹਨਾਂ ਦਾ ਨੁਕਸਾਨ ਕੀਤਾ। ਇਸ ਤਰ੍ਹਾਂ ਜੀ ਜੋ ਮਹਿਮੂਦ ਗਜਨਵੀ ਸੀ ਉਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ। ਉਹ ਜਦੋਂ ਗਜਨੀ ਵਾਪਸ ਚਲਾ ਗਿਆ ਜੀ ਤਾਂ ਉਸਨੇ ਜੀ ਜਾਟ ਲੋਕਾਂ ਦੇ ਕੋਲੋਂ ਆਪਣੀ ਇਸ ਹਾਰ ਦਾ, ਆਪਣੀ ਇਸ ਬੇਇੱਜ਼ਤੀ ਦਾ ਬਦਲਾ ਲੈਣ ਦੀ ਜੀ ਸੋਚੀ। ਇਸ ਲਈ ਜੀ ਉਸਨੇ ਭਾਰਤ ਦੇ ਉੱਤੇ ਆਖਰੀ 17ਵਾਂ ਹਮਲਾ ਕੀਤਾ, ਜੋ ਕੀਤਾ ਗਿਆ ਜੀ 1027 ਈਸਵੀ ਦੇ ਵਿੱਚ। ਇਸ ਹਮਲੇ ਦੇ ਵਿੱਚ ਜੀ ਉਸਨੇ ਆਪਣੇ ਜੋ 16ਵੇਂ ਹਮਲੇ ਦੇ ਵਿੱਚ ਉਸ ਦੇ ਨਾਲ ਜਾਟਾਂ ਦੁਆਰਾ ਜੋ ਲੜਾਈ ਕੀਤੀ ਗਈ ਸੀ ਜੀ ਉਸ ਦਾ ਬਦਲਾ ਲਿਆ। ਉਸਨੇ ਜੀ ਜੋ ਜਾਟ ਜਾਤੀ ਦੇ ਸ਼ਾਸਕ ਸੀ ਉਹਨਾਂ ਨੂੰ ਇਸ ਆਖਰੀ ਹਮਲੇ ਦੇ ਵਿੱਚ ਹਰਾ ਦਿੱਤਾ ਸੀ। ਇਸ ਤਰ੍ਹਾਂ ਮਹਿਮੂਦ ਗਜਨਵੀ ਨੇ ਜੀ ਆਪਣਾ ਜੋ 16ਵੇਂ ਹਮਲੇ ਦਾ ਬਦਲਾ ਸੀ ਉਹ ਵੀ ਲਾਸਟ ਹਮਲੇ ਦੇ ਵਿੱਚ ਪੂਰਾ ਕਰ ਲਿਆ ਸੀ। ਇਸ ਤੋਂ ਬਾਅਦ ਜੀ ਮਹਿਮੂਦ ਗਜਨਵੀ ਨੇ ਭਾਰਤ ਦੇ ਉੱਤੇ ਕੋਈ ਵੀ ਹਮਲਾ ਨਹੀਂ ਕੀਤਾ। ਜੋ ਮਹਿਮੂਦ ਗਜਨਵੀ ਹੈ ਜੀ ਇਸ ਦੀ ਮੌਤ 1030 ਈਸਵੀ ਦੇ ਵਿੱਚ ਹੋ ਗਈ। ਲਗਭਗ ਜੀ ਆਪਣੇ ਜੋ ਹਮਲੇ ਬੰਦ ਕਰਨ ਤੋਂ 3 ਸਾਲ ਬਾਅਦ ਹੀ ਮਹਿਮੂਦ ਗਜਨਵੀ ਦੀ ਜੀ ਮੌਤ ਹੋ ਗਈ ਸੀ। ਮੰਨਿਆ ਜਾਂਦਾ ਹੈ ਕਿ ਜੀ ਮਹਿਮੂਦ ਗਜਨਵੀ ਨੇ ਇਹਨਾਂ ਜੋ ਹਮਲਿਆਂ ਦੇ ਕੋਲੋਂ ਧਨ ਪ੍ਰਾਪਤ ਕਰ ਲਿਆ ਸੀ ਜੀ ਕਿ ਉਸਨੇ ਜੀ ਇੱਕ ਆਪਣਾ ਸਪੈਸ਼ਲ ਰੂਮ ਬਣਾਇਆ ਜਿਸ ਦੇ ਵਿੱਚ ਉਸਨੇ ਕੇਵਲ ਸੋਨਾ ਹੀ ਰੱਖਿਆ ਹੋਇਆ ਸੀ। ਉਹ ਹਰ ਸਮੇਂ ਜੀ ਉਹ ਸੋਨੇ ਦੇ ਕੋਲ ਹੀ ਬੈਠਾ ਰਹਿੰਦਾ ਸੀ, ਉਹ ਸੋਨੇ ਨੂੰ ਹੀ ਦੇਖਦਾ ਰਹਿੰਦਾ ਸੀ। ਇਸ ਤਰ੍ਹਾਂ ਜੋ ਮਹਿਮੂਦ ਗਜਨਵੀ ਸੀ ਉਸਦਾ ਜੋ ਮਾਨਸਿਕ ਸੰਤੁਲਨ ਸੀ ਜੀ ਉਹ ਵਿਗੜ ਗਿਆ ਸੀ। ਇਸ ਤਰ੍ਹਾਂ ਜੀ ਉਸਨੇ ਜੋ ਆਪਣਾ ਲਾਸਟ ਹਮਲਾ ਕੀਤਾ ਹੈ ਜੀ ਉਸ ਤੋਂ 3 ਸਾਲ ਦੇ ਬਾਅਦ ਹੀ ਉਸਦੀ ਮੌਤ ਹੋ ਗਈ। ਉਹ ਆਪਣਾ ਜੋ ਇੰਨਾ ਧਨ ਪ੍ਰਾਪਤ ਕੀਤਾ ਸੀ ਜੀ ਉਸਦੇ ਸੁੱਖ ਨੂੰ ਨਹੀਂ ਭੋਗ ਸਕਿਆ ਸੀ। ਹੁਣ ਤੱਕ ਵੀਡੀਓ ਦੇ ਵਿੱਚ ਆਪਾਂ ਪੜ੍ਹਿਆ ਜੀ ਕਿ ਮਹਿਮੂਦ ਗਜਨਵੀ ਦੇ ਦੁਆਰਾ ਜੋ ਹਮਲੇ ਕੀਤੇ ਗਏ ਉਹ ਮੁੱਖ ਹਮਲੇ ਕਿਹੜੇ-ਕਿਹੜੇ ਨੇ ਅਤੇ ਮਹਿਮੂਦ ਗਜਨਵੀ ਦੀ ਮੌਤ ਕਦੋਂ ਹੋਈ ਹੈ। ਮਹਿਮੂਦ ਗਜਨਵੀ ਦੇ ਦੁਆਰਾ ਜੀ ਕੁਝ ਸਿੱਕੇ ਵੀ ਚਲਾਏ ਗਏ ਸੀ। ਇਹਨਾਂ ਦੇ ਬਾਰੇ ਵੀ ਕਈ ਵਾਰ ਜੀ ਪ੍ਰਸ਼ਨ ਪੁੱਛ ਲਏ ਜਾਂਦੇ ਆ। ਇਹ ਸਿੱਕਿਆਂ ਦੀ ਕੀ ਖਾਸੀਅਤ ਸੀ ਜੀ ਆਪਾਂ ਇਸ ਨੂੰ ਜਾਣਦੇ ਆ। ਜੋ ਮਹਿਮੂਦ ਗਜਨਵੀ ਦੇ ਦੁਆਰਾ ਜੀ ਸਿੱਕੇ ਚਲਾਏ ਗਏ ਆ ਇਹਨਾਂ ਦੇ ਉੱਪਰ ਜੀ ਇੱਕ ਪਾਸੇ ਤੇ ਜੋ ਸੰਸਕ੍ਰਿਤ ਭਾਸ਼ਾ ਹੈ ਯਾਨੀ ਕਿ ਇੱਕ ਭਾਰਤੀ ਭਾਸ਼ਾ ਜੀ ਇਸ ਨੂੰ ਲਿਖਿਆ ਗਿਆ ਸੀ ਅਤੇ ਦੂਸਰੇ ਪਾਸੇ ਤੇ ਜੀ ਫਾਰਸੀ ਭਾਸ਼ਾ ਲਿਖੀ ਗਈ ਸੀ। ਇਹ ਪ੍ਰਸ਼ਨ ਕਈ ਵਾਰੀ ਪੁੱਛ ਲਿਆ ਜਾਂਦਾ ਹੈ ਕਿ ਜੋ ਮਹਿਮੂਦ ਗਜਨਵੀ ਦੁਆਰਾ ਸਿੱਕੇ ਚਲਾਏ ਗਏ ਆ ਇਹਨਾਂ ਦੀ ਖਾਸੀਅਤ ਕੀ ਸੀ। ਤੇ ਇਹਨਾਂ ਦੇ ਉੱਤੇ 2 ਭਾਸ਼ਾ ਸੀ ਜੀ, ਇੱਕ ਸੰਸਕ੍ਰਿਤ ਤੇ ਦੂਸਰੀ ਫਾਰਸੀ ਭਾਸ਼ਾ। ਜਦੋਂ ਵੀ ਮਹਿਮੂਦ ਗਜਨਵੀ ਜੀ ਭਾਰਤ ਦੇ ਉੱਤੇ ਹਮਲਾ ਕਰਦਾ ਸੀ ਤਾਂ ਉਸ ਦੇ ਨਾਲ ਜੀ ਕੁਝ ਸਾਹਿਤਕਾਰ, ਕੁਝ ਇਤਿਹਾਸਕਾਰ ਵੀ ਭਾਰਤ ਦੇ ਵਿੱਚ ਆਉਂਦੇ ਸੀ।
ਹੁਣ ਆਪਾਂ ਵੇਖਦੇ ਹਾਂ ਜੀ ਕਿ ਮਹਿਮੂਦ ਗਜ਼ਨਵੀ ਦੇ ਨਾਲ ਕਿਹੜੇ-ਕਿਹੜੇ ਇਤਿਹਾਸਕਾਰ ਭਾਰਤ ਦੇ ਵਿੱਚ ਆਏ ਨੇ ਤੇ ਉਹਨਾਂ ਦੇ ਦੁਆਰਾ ਜੀ ਕਿਹੜੀਆਂ-ਕਿਹੜੀਆਂ ਰਚਨਾਵਾਂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਆਪਾਂ ਵੇਖਦੇ ਹਾਂ ਜੀ ਕਿ ਜੋ ਗਜ਼ਨੀ ਸੀ ਇਸ ਦਾ ਦਰਬਾਰੀ ਇਤਿਹਾਸਕਾਰ ਕਿਹੜਾ ਸੀ, ਤੇ ਉਹ ਸੀ ਜੀ ਉਤਬੀ। ਇਹ ਨਾਮ ਯਾਦ ਰੱਖਣਾ ਜੀ, ਕਈ ਵਾਰ ਇਹ ਪ੍ਰਸ਼ਨ ਪੁੱਛਿਆ ਜਾਂਦਾ ਤੇ ਦਰਬਾਰੀ ਇਤਿਹਾਸਕਾਰ ਸੀ ਜੀ ਉਤਬੀ। ਉਤਬੀ ਦੇ ਦੁਆਰਾ ਜੀ ਜੋ ਰਚਨਾਵਾਂ ਕੀਤੀਆਂ ਗਈਆਂ ਉਹਨਾਂ ਨੂੰ ਆਪਾਂ ਵੇਖ ਲੈਂਦੇ ਹਾਂ। ਪਹਿਲੀ ਹੈ ਜੀ ਕਿਤਾਬੁਲ ਯਾਮਨੀ ਤੇ ਦੂਸਰੀ ਹੈ ਜੀ ਤਾਰੀਖ ਹੈ ਯਾਮਨੀ। ਯਾਮਨੀ ਯਾਨੀ ਕਿ ਇਹਨਾਂ ਦਾ ਜੋ ਵੰਸ਼ ਸੀ ਜੀ, ਜਿਸ ਨੂੰ ਆਪਾਂ ਗਜ਼ਨੀ ਵੰਸ਼ ਕਹਿੰਦੇ ਹਾਂ, ਉਸੇ ਨੂੰ ਯਾਮਨੀ ਵੰਸ਼ ਵੀ ਕਿਹਾ ਜਾਂਦਾ ਹੈ, ਯਾਦ ਰੱਖਿਓ ਜੀ ਇਹ। ਮਹਿਮੂਦ ਗਜ਼ਨਵੀ ਦੇ ਨਾਲ ਜੋ ਦੂਸਰਾ ਇਤਿਹਾਸਕਾਰ ਜੀ ਭਾਰਤ ਦੇ ਵਿੱਚ ਆਇਆ ਉਸ ਦਾ ਨਾਮ ਸੀ ਜੀ ਅਲ-ਬਰੂਨੀ। ਅਲ-ਬਰੂਨੀ ਜੀ ਪਹਿਲਾ ਅਜਿਹਾ ਮੁਸਲਮਾਨ ਵਿਅਕਤੀ ਸੀ ਜਿਸ ਨੇ ਪੁਰਾਣ ਨੂੰ ਪੜ੍ਹਿਆ ਹੈ। ਜੋ ਹਿੰਦੂ ਧਰਮ ਦੇ ਵਿੱਚ ਪੁਰਾਣ ਹੈ ਜੀ, ਉਹਨਾਂ ਨੂੰ ਅਲ-ਬਰੂਨੀ ਦੇ ਦੁਆਰਾ ਪੜ੍ਹਿਆ ਗਿਆ ਸੀ। ਜੋ ਅਲ-ਬਰੂਨੀ ਸੀ ਜੀ ਭਾਰਤ ਦੀ ਸੰਸਕ੍ਰਿਤੀ ਅਤੇ ਭਾਰਤ ਦੇ ਜੀ ਸਮਾਜਿਕ ਜੀਵਨ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਸੀ। ਇਸ ਲਈ ਜੀ ਅਲ-ਬਰੂਨੀ ਨੇ ਇੱਕ ਰਚਨਾ ਵੀ ਕੀਤੀ ਹੈ ਜੀ, ਜਿਸ ਦਾ ਨਾਮ ਹੈ ਕਿਤਾਬੁਲ ਹਿੰਦ, ਜਿਸ ਦੇ ਵਿੱਚੋਂ ਜੀ ਆਪਾਂ ਨੂੰ ਉਸ ਸਮੇਂ ਦੇ ਭਾਰਤ ਦੀ ਜੀ ਸਮਾਜਿਕ ਤੇ ਸੰਸਕ੍ਰਿਤਿਕ ਜੀਵਨ ਦੀ ਜਾਣਕਾਰੀ ਮਿਲਦੀ ਹੈ। ਇਹਨਾਂ ਤੋਂ ਇਲਾਵਾ ਜੀ ਅਲ-ਬਰੂਨੀ ਜੋ ਭਾਰਤ ਦੇ ਜੀ ਗਿਆਨ ਵਿਗਿਆਨ ਤੇ ਹੋਰ ਜੋ ਵੀ ਪੁਸਤਕਾਂ ਸੀ ਜੀ ਉਹਨਾਂ ਨੂੰ ਵੀ ਪੜ੍ਹਦਾ ਸੀ ਜੀ। ਉਹਨਾਂ ਦੀ ਵੀ ਜੀ ਇਸ ਨੇ ਆਪਣੀ ਭਾਸ਼ਾ ਦੇ ਵਿੱਚ ਯਾਨੀ ਕਿ ਫਾਰਸੀ ਦੇ ਵਿੱਚ ਜੀ ਅਨੁਵਾਦ ਵੀ ਕੀਤਾ ਸੀ। ਇਸ ਤੋਂ ਬਾਅਦ ਜੀ ਇੱਕ ਹੋਰ ਜੋ ਤੀਸਰਾ ਇਤਿਹਾਸਕਾਰ ਹੈ ਜੀ ਜੋ ਮਹਿਮੂਦ ਗਜ਼ਨਵੀ ਦੇ ਨਾਲ ਭਾਰਤ ਦੇ ਵਿੱਚ ਆਇਆ ਹੈ, ਉਹ ਹੈ ਜੀ ਫਿਰਦੌਸੀ। ਫਿਰਦੌਸੀ ਦੇ ਦੁਆਰਾ ਜੀ ਸ਼ਾਹਨਾਮਾ ਦੀ ਰਚਨਾ ਕੀਤੀ ਗਈ ਹੈ। ਇਹ ਜੋ ਤਿੰਨੋਂ ਜੀ ਸਾਹਿਤਕਾਰ ਉਤਬੀ, ਅਲ-ਬਰੂਨੀ ਅਤੇ ਫਿਰਦੌਸੀ ਜੀ ਭਾਰਤ ਦੇ ਵਿੱਚ ਆਏ ਆ। ਇਹਨਾਂ ਦੇ ਬਾਰੇ ਜੀ ਕਈ ਵਾਰੀ ਪ੍ਰਸ਼ਨ ਪੁੱਛੇ ਜਾਂਦੇ ਆ ਜੀ, ਇਹਨਾਂ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ ਕਿ ਕਿਸ ਦੇ ਸਮੇਂ ਵਿੱਚ ਆਏ ਸੀ ਤੇ ਇਹਨਾਂ ਦੇ ਦੁਆਰਾ ਕੀ ਰਚਨਾਵਾਂ ਕੀਤੀਆਂ ਗਈਆਂ। ਇੱਥੇ ਹੀ ਸਮਾਪਤ ਹੁੰਦਾ ਹੈ ਜੀ ਆਪਣਾ ਅੱਜ ਦਾ ਇਹ ਚੈਪਟਰ। ਹੋਪ ਸੋ ਤੁਹਾਨੂੰ ਵੀਡੀਓ ਵਧੀਆ ਢੰਗ ਨਾਲ ਸਮਝ ਆਈ ਹੋਏਗੀ। ਵੀਡੀਓ ਨੂੰ ਵਧੀਆ ਢੰਗ ਨਾਲ ਸਮਝਣ ਲਈ ਜੀ ਵੀਡੀਓ ਨੂੰ ਘੱਟੋ ਘੱਟ 2 ਵਾਰ ਜ਼ਰੂਰ ਦੇਖ ਲਿਆ ਕਰੋ। ਫਿਰ ਵੀ ਜੇਕਰ ਤੁਹਾਡਾ ਜੀ ਕੋਈ ਕੁਐਸਚਨ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ ਜੀ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ। ਵੀਡੀਓ ਚੰਗੀ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ। ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਦਾ ਫ੍ਰੀ PDF ਲੈਣ ਲਈ ਜੀ ਪੰਜਾਬ ਐਜੂਕੇਸ਼ਨ ਨੂੰ ਟੈਲੀਗ੍ਰਾਮ ਗਰੁੱਪ ਤੇ ਜੁਆਇਨ ਕਰੋ। ਟੈਲੀਗ੍ਰਾਮ ਗਰੁੱਪ ਦਾ ਲਿੰਕ ਜੀ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਦਿੱਤਾ ਹੋਇਆ ਹੈ, ਤੁਸੀਂ ਜਾ ਕੇ ਜੀ ਗਰੁੱਪ ਨੂੰ ਜੁਆਇਨ ਕਰੋ ਜੀ। ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਤਾਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣ ਤੁਸੀਂ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ। ਲਿੰਕ ਡਿਸਕ੍ਰਿਪਸ਼ਨ ਬਾਕਸ 'ਚ ਹੈ ਜੀ, ਜਾ ਕੇ ਪੰਜਾਬ ਐਜੂਕੇਸ਼ਨ ਚੈਨਲ ਨੂੰ ਹੁਣੇ ਫੋਲੋ ਕਰੋ।